जय हिंद साथियों जिमें कि ਆਪਾਂ ਪਹਿਲਾਂ ਸਟੈਟਿਕ ਜੀਕੇ ਦਾ ਪੋਰਸ਼ਨ ਕਰ ਰਹੇ ਹਾਂ ਤਾਂ ਸਟੈਟਿਕ ਜੀਕੇ ਨੂੰ ਅੱਗੇ ਵਧਾਉਂਦੇ ਹੋਏ ਅੱਜ ਮੈਂ ਕੁਝ ਹੋਰ ਕੁਐਸਚਨ ਤੁਹਾਡੇ ਲਈ ਲੈ ਕੇ ਆਇਆ ਸਾਥੀਓ। ਪਹਿਲਾਂ ਪੜ੍ਹਾਈ ਤੋਂ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਐਸਐਸਸੀ ਐਮਟੀਐਸ ਦੇ ਫਾਰਮ ਡੇਟ ਆਈ ਹੋਈ ਹੈ, ਪਲੱਸ ਹੁਣ ਗ੍ਰੈਜੂਏਸ਼ਨ ਦੇ ਬੇਸ 'ਤੇ ਯੂਪੀਐਸਸੀ ਅਸਿਸਟੈਂਟ ਕਮਾਂਡੈਂਟ ਜਿਨ੍ਹਾਂ ਦੀ ਗ੍ਰੈਜੂਏਸ਼ਨ ਹੋਈ ਹੋਵੇ ਉਹਨਾਂ ਦੇ ਫਾਰਮ ਵੀ ਆ ਚੁੱਕੇ ਨੇ। ਨਾਲ ਬੈਂਕਾਂ ਦੇ ਐਗਜ਼ਾਮ भी काफ़ी ਵੱਡੇ ਪੱਧਰ 'ਤੇ ਆ ਰਹੇ ਨੇ। ਸੋ ਸਾਥੀਓ ਇਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਪੜ੍ਹਾਈ ਨਾ ਛੱਡੋ, ਪੜ੍ਹਾਈ ਦੱਬ ਕੇ ਕਰਦੇ ਰਹੋ, ਲਗਾਤਾਰ ਪੜ੍ਹਦੇ ਰਹੋ, ਤੁਹਾਨੂੰ ਬਹੁਤ ਬੈਨੀਫਿਟ ਹੋਊਗਾ। ਆਰਮੀ ਦਾ ਜੋ ਪੇਪਰ ਪੋਸਟਪੋਨ ਹੋ ਰਿਹਾ ਉਹਦੇ ਵੀ ਛੇਤੀ ਹੋਣ ਦੇ ਚਾਂਸ ਨੇ, ਸੋ ਪੜ੍ਹਾਈ ਦੱਬ ਕੇ ਕਰਨੀ ਸਾਥੀਓ। ਚਲੋ ਬਾਹਲੀਆਂ ਗੱਲਾਂ ਨਾ ਕਰਦੇ ਹੋਏ ਆਓ ਆਪਾਂ ਅੱਜ ਦਾ ਟੌਪਿਕ ਸਟਾਰਟ ਕਰੀਏ। ਸਾਥੀਓ ਅੱਜ ਆਪਾਂ ਟੌਪਿਕ ਕਰਦੇ ਹਾਂ ਭਾਰਤ ਵਿੱਚ ਪਹਿਲਾ ਵਿਅਕਤੀ। ਤਾਂ ਬਹੁਤ ਸਾਰੇ ਥਾਵਾਂ 'ਤੇ ਕੁਐਸਚਨ ਆਉਂਦਾ ਕਿ ਦੱਸੋ ਭਾਰਤ ਵਿੱਚ ਪਹਿਲੇ ਨੰਬਰ 'ਤੇ ਕੌਣ ਸੀਗਾ, ਕਿਹਨੇ ਕੰਮ ਕੀਤਾ, ਪਹਿਲਾ ਵਿਅਕਤੀ ਕੌਣ ਸੀ। ਤਾਂ ਉਹੀ ਲੜੀ ਅਧੀਨ ਅੱਜ ਆਪਾਂ ਕੁਝ ਕੁਐਸਚਨ ਕਰਨੇ ਨੇ ਪਹਿਲੇ ਦੇ ਨਾਂ 'ਤੇ। ਸਾਥੀਓ ਪਹਿਲਾ ਕੁਐਸਚਨ ਆ ਕਿ ਪਹਿਲਾ ਭਾਰਤੀ ਕਿਹੜਾ ਜਿਹਨੇ 3rd ਸੈਂਚਰੀ ਲਗਾਤਾਰ 3 ਸੈਂਚਰੀਆਂ ਮਾਰੀਆਂ ਨੇ ਪਹਿਲੇ 3 ਟੈਸਟ ਮੈਚਾਂ ਵਿੱਚ। ਤਾਂ ਪਹਿਲੇ 3 ਟੈਸਟ ਮੈਚ ਭਾਵ ਹਰ ਮੈਚ 'ਚ ਸੈਂਕੜਾ ਲਾਉਣ ਵਾਲਾ ਪਹਿਲਾ ਪਲੇਅਰ ਕਿਹੜਾ ਸਾਥੀਓ, ਉਹਦਾ ਨਾਂ ਹੈਗਾ ਮੁਹੰਮਦ ਅਜ਼ਹਰੁਦੀਨ। ਤੁਹਾਨੂੰ ਪਤਾ ਭਾਰਤੀ ਟੀਮ ਦੇ ਕਪਤਾਨ ਰਹੇ ਨੇ ਮੁਹੰਮਦ ਅਜ਼ਹਰੁਦੀਨ, ਬਹੁਤ ਵੱਡਾ ਨਾਮ ਆ ਕ੍ਰਿਕਟ ਦੇ ਵਿੱਚ। ਦੂਜਾ ਕੁਐਸਚਨ, ਪਹਿਲਾ ਭਾਰਤੀ ਕੌਣ ਆ ਜਿਹਨੇ ਇੰਟਰਨੈਸ਼ਨਲ ਵਨਡੇ ਮੈਚ ਦੇ ਵਿੱਚ ਸੈਂਕੜਾ ਲਾਇਆ ਸੀਗਾ। ਹੁਣ ਤਾਂ ਬਹੁਤ ਸਾਰੇ ਹੋਰ ਪਲੇਅਰ ਜਿਵੇਂ ਰੋਹਿਤ ਸ਼ਰਮਾ ਨੇ ਵੀ ਸੈਂਕੜਾ ਲਾਤਾ, ਪਰ ਪਹਿਲਾ ਪਲੇਅਰ ਪੁੱਛਿਆ ਸਾਥੀ ਹੋਰ ਕੋਈ ਨਹੀਂ, ਲਿਟਲ ਮਾਸਟਰ ਜਾਂ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਪਹਿਲੇ ਭਾਰਤੀ ਨੇ, ਜਾਂ ਸਾਰਿਆਂ 'ਚ ਜਿੰਨੀਆਂ ਟੀਮਾਂ ਨੇ ਉਹ 'ਚ ਵੀ ਪਹਿਲੇ ਹੀ ਨੇ, ਭਾਰਤ ਦੇ ਹੀ ਪਹਿਲੇ ਨੇ ਅਤੇ ਦੁਨੀਆ ਦੇ ਹੀ ਪਹਿਲੇ ਨੇ ਜਿਨ੍ਹਾਂ ਨੇ ਵਨਡੇ ਮੈਚ ਕੀ ਲਾਇਆ ਹੈਗਾ, ਦੋਹਰਾ ਸੈਂਕੜਾ ਲਾਇਆ, ਡਬਲ ਸੈਂਚਰੀ ਲਾਈ ਇੱਕ ਮੈਚ ਦੇ ਵਿੱਚ। ਸ਼੍ਰੀਲੰਕਾ ਦੇ ਵਿਰੁੱਧ ਲਾਈ ਸੀ ਉਹਨਾਂ ਨੇ ਡਬਲ ਸੈਂਚਰੀ। ਅੱਗੇ ਚੱਲਦੇ ਹਾਂ। ਤੀਜਾ ਕੁਐਸਚਨ, ਕਿਹੜਾ ਪਹਿਲਾ ਭਾਰਤੀ ਆ ਜੋ ਮਾਊਂਟ ਐਵਰੈਸਟ 'ਤੇ 2 ਵਾਰ ਜਾ ਕੇ ਆਇਆ। 2 ਵਾਰ ਜਾਣ ਵਾਲੇ ਭਾਰਤ ਦੇ ਪਹਿਲੇ ਵਿਅਕਤੀ ਕੌਣ ਨੇ, ਉਹਨਾਂ ਦਾ ਹੈਗਾ ਨਵਾਂਗ ਗੋਂਗੂ। ਤਾਂ ਨਵਾਂਗ ਗੋਂਗੂ ਜੀ ਪਹਿਲੇ ਭਾਰਤੀ ਨੇ ਜੋ 2 ਵਾਰ ਮਾਊਂਟ ਐਵਰੈਸਟ 'ਤੇ ਜਾ ਚੁੱਕੇ ਨੇ। ਅਗਲਾ ਕੁਐਸਚਨ ਆ, ਪਹਿਲੇ ਰਾਸ਼ਟਰਪਤੀ ਕੌਣ ਨੇ। ਤਾਂ ਸਾਨੂੰ ਪਤਾ ਸਾਥੀਓ ਡਾਕਟਰ ਰਾਜਿੰਦਰ ਪ੍ਰਸਾਦ ਜੀ ਸਾਡੇ ਪਹਿਲੇ ਰਾਸ਼ਟਰਪਤੀ ਨੇ। ਸਾਥੀਓ ਨਾਲ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਜਦੋਂ ਨਾ ਸੰਵਿਧਾਨ ਸਭਾ ਬਣਾਈ ਗਈ ਸੀ, ਤਾਂ ਜਦੋਂ ਸੰਵਿਧਾਨ ਬਣਾਉਣ ਰਹੇ ਸੀਗੇ ਤਾਂ ਉਹਦੀ ਜਿਹੜੀ ਨਿੱਕੀ ਕਮੇਟੀ ਸੀਗੀ ਉਹਦੇ ਪ੍ਰਧਾਨ ਪ੍ਰਧਾਨ ਭਾਵ ਪ੍ਰੈਜ਼ੀਡੈਂਟ ਕਿਹਨੂੰ ਬਣਾਇਆ ਗਿਆ ਸੀ, ਰਾਜਿੰਦਰ ਪ੍ਰਸਾਦ ਨੂੰ ਬਣਾਇਆ ਗਿਆ ਸੀ। ਧਿਆਨ ਕਰਨਾ ਉਹ ਕਮੇਟੀ 'ਚੋਂ ਹੀ ਇੱਕ ਡਰਾਫਟਿੰਗ ਕਮੇਟੀ ਬਣਾਈ ਗਈ ਸੀ ਜਿਸ ਦਾ ਪਹਿਲਾ ਕੰਮ ਸੀ ਕਿ ਤੁਸੀਂ ਪਹਿਲਾਂ ਸੰਵਿਧਾਨ 'ਚ ਕੀ ਐਡ ਕਰਨਾ ਇਹ ਬਣਾਓ। ਤਾਂ ਉਹ ਡਰਾਫਟਿੰਗ ਕਮੇਟੀ ਦੇ ਪ੍ਰਧਾਨ ਕੌਣ ਸੀ ਕਿ ਡਾਕਟਰ BR ਅੰਬੇਦਕਰ ਸੀ। ਤਾਂ ਗਲਤੀ ਨਹੀਂ ਖਾਣੀ, ਡਰਾਫਟਿੰਗ ਕਮੇਟੀ ਜੋ ਸੰਵਿਧਾਨ ਬਣਾਉਣ ਲਈ ਬਣਾਈ ਗਈ ਸੀ ਉਹਦੇ ਪ੍ਰਧਾਨ ਤਾਂ ਕੌਣ ਨੇ, ਅੰਬੇਦਕਰ ਜੀ ਨੇ। ਇਹ ਤੋਂ ਬਾਅਦ ਜਦੋਂ ਸੰਵਿਧਾਨ 'ਚ ਕੀ ਐਡ ਕਰ ਲਿਆ, ਇਹ ਤੋਂ ਬਾਅਦ ਇੱਕ ਵੱਡੀ ਮੀਟਿੰਗ ਹੋਊਗੀ, ਉਹਨੂੰ ਕੌਂਸਟੀਟਿਊਐਂਟ ਅਸੈਂਬਲੀ ਕਿਹਾ ਜਾਂਦਾ, ਸੰਵਿਧਾਨ ਸਭਾ ਕਿਹਾ ਜਾਂਦਾ। ਉਹ ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸੀਗੇ, ਇਟ ਇਜ਼ ਡਾਕਟਰ ਰਾਜਿੰਦਰ ਪ੍ਰਸਾਦ ਜੀ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਨੇ ਸਾਥੀਓ, ਸਾਨੂੰ ਸਭ ਨੂੰ ਪਤਾ ਇਟ ਇਜ਼ ਜਵਾਹਰ ਲਾਲ ਨਹਿਰੂ ਜੀ ਸਾਡੇ ਪਹਿਲੇ ਪ੍ਰਧਾਨ ਮੰਤਰੀ ਨੇ, ਪੰਡਿਤ ਜਵਾਹਰ ਲਾਲ ਨਹਿਰੂ ਜੀ। ਅਸੀਂ ਦੇਖਦੇ ਹਾਂ ਕਿ ਇਹ ਬਹੁਤ ਹੀ ਦੈਟ ਇਜ਼ ਕਿ ਫਰੀਡਮ ਸਟਰਗਲ ਦੇ ਵਿੱਚ ਇਹਨਾਂ ਦਾ ਕਾਫੀ ਯੋਗਦਾਨ ਰਿਹਾ ਹੈਗਾ। 1930 ਦੇ ਵਿੱਚ ਅਸੀਂ ਸਭ ਤੋਂ ਪਹਿਲਾਂ 26 ਜਨਵਰੀ 1930 ਦਾ ਦਿਨ ਸੁਤੰਤਰਤਾ ਦਿਵਸ ਦੇ ਤੌਰ 'ਤੇ ਮਨਾਉਣ ਲੱਗੇ ਹਾਂ, ਉਹ ਵੀ ਨਹਿਰੂ ਜੀ ਦੀ ਪ੍ਰਧਾਨਗੀ ਹੇਠ ਮਨਾਉਣ ਲੱਗੇ ਹਾਂ ਆਪਾਂ। 1930 ਦੇ ਵਿਚਕਾਰ ਸਾਡੇ ਪ੍ਰਧਾਨ ਕੌਣ ਸੀਗੇ, ਕਾਂਗਰਸ ਪਾਰਟੀ ਦੇ ਜਵਾਹਰ ਲਾਲ ਨਹਿਰੂ ਜੀ ਸੀ। ਪਹਿਲੇ ਭਾਰਤੀ ਜਿਨ੍ਹਾਂ ਨੇ ਨੋਬਲ ਪ੍ਰਾਈਜ਼ ਜਿੱਤਿਆ ਸਾਥੀਓ ਰਵਿੰਦਰਨਾਥ ਟੈਗੋਰ ਜੀ ਨੇ, ਜਿਨ੍ਹਾਂ ਨੇ ਨੋਬਲ ਪ੍ਰਾਈਜ਼ ਜਿੱਤਿਆ। ਇਹਨਾਂ ਦੀ ਕਿਤਾਬ ਸੀਗੀ, ਪਹਿਲੀ ਗੱਲ ਤਾਂ ਕਿਹੜੀ ਬੁੱਕ ਆ ਅਤੇ ਕਿਹੜਾ ਗਾਣ ਆ। ਅਸੀਂ ਦੇਖਦੇ ਹਾਂ ਜਿਹੜਾ ਸਾਡਾ ਰਾਸ਼ਟਰੀ ਗਾਣ ਆ ਜਨ ਗਣ ਮਨ ਰਵਿੰਦਰਨਾਥ ਟੈਗੋਰ ਜੀ ਦੁਆਰਾ ਹੀ ਲਿਖਿਆ ਹੋਇਆ। ਸ਼੍ਰੀਲੰਕਾ ਦਾ ਜਿਹੜਾ ਰਾਸ਼ਟਰੀ ਗਾਣਾ ਉਹ ਵੀ ਰਵਿੰਦਰਨਾਥ ਟੈਗੋਰ ਜੀ ਦੁਆਰਾ ਲਿਖਿਆ ਗਿਆ। ਅਤੇ ਇਹਨਾਂ ਦੀ ਬੁੱਕ ਦਾ ਨਾਂ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਤੁਸੀਂ ਦੱਸਣਾ ਵੀ ਕਿਹੜੀ ਬੁੱਕ ਲਈ ਇਹਨਾਂ ਨੂੰ ਨੋਬਲ ਪ੍ਰਾਈਜ਼ ਦਿੱਤਾ ਗਿਆ ਸੀ। ਅੱਗੇ ਕਾਂਗਰਸ ਪਾਰਟੀ ਦੇ ਸਾਥੀਓ ਪਹਿਲੇ ਪ੍ਰਧਾਨ ਕੌਣ ਸੀਗੇ। ਅਸੀਂ ਦੇਖਦੇ ਹਾਂ ਕਿ ਕਾਂਗਰਸ ਪਾਰਟੀ ਦੀ ਸਥਾਪਨਾ 1885 ਦੇ ਵਿੱਚ 1885 ਦੇ ਵਿੱਚ A.O. ਹਿਊਮ ਨਾਂ ਦੇ ਬੰਦੇ ਦੁਆਰਾ ਕੀਤੀ ਗਈ ਸੀ। ਇਹ A.O. ਹਿਊਮ ਦੁਆਰਾ ਪਾਰਟੀ ਸਥਾਪਨਾ ਤੋਂ ਬਾਅਦ ਟੋਟਲ 72 ਪਾਰਟੀਆਂ ਸੀ ਅਲੱਗ ਅਲੱਗ ਥਾਵਾਂ ਦੀਆਂ ਭਾਰਤ ਦੀਆਂ ਜੋ ਇਕੱਠੀਆਂ ਹੋ ਕੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੀ ਸਥਾਪਨਾ ਮੁੰਬਈ 'ਚ ਕੀਤੀ ਆ।
ਤੇ ਇਹਦੇ ਪਹਿਲੇ ਪ੍ਰਧਾਨ ਭੂਮੇਸ਼ ਚੰਦਰ ਬੈਨਰਜੀ, WC ਬੈਨਰਜੀ ਨੂੰ ਇਹਦੇ ਪਹਿਲੇ ਪ੍ਰਧਾਨ ਬਣਾਇਆ ਗਿਆ। ਸਾਥੀਓ ਵਾਲਾ ਕੁਐਸਚਨ ਆ ਕਿ ਕਾਂਗਰਸ ਪਾਰਟੀ ਦੇ ਮੁਸਲਿਮ ਪ੍ਰਧਾਨ ਪਹਿਲੇ ਕੌਣ ਸੀਗੇ? ਕਾਂਗਰਸ ਪਾਰਟੀ ਦੇ ਪਹਿਲੇ ਮੁਸਲਿਮ ਪ੍ਰਧਾਨ ਕੌਣ ਸੀਗੇ? ਤਾਂ ਇਹਦਾ ਨਾਮ ਆਉਂਦਾ ਬਦਰੁਦੀਨ ਤਿਆਬ ਜੀ। ਤਾਂ ਬਦਰੁਦੀਨ ਤਿਆਬ ਜੀ ਸਾਥੀਓ ਮੁਸਲਿਮ ਪ੍ਰੈਜ਼ੀਡੈਂਟ ਨੇ ਜੋ ਕਾਂਗਰਸ ਪਾਰਟੀ ਦੇ ਹੋਏ ਨੇ, ਕਿਉਂਕਿ ਕਾਂਗਰਸ ਪਾਰਟੀ 'ਤੇ ਜਦੋਂ ਉਹ ਆਜ਼ਾਦੀ ਦੀ ਲੜਾਈ ਲੜ ਰਹੀ ਸੀ ਨਾ, ਤਾਂ ਉੱਤੇ ਮੁਸਲਿਮ ਲੀਗ ਨੇ ਇੱਕ ਚਿੰਨ੍ਹ ਲਾਇਆ ਸੀ ਵੀ ਇਹ ਇੱਕ ਹਿੰਦੂਆਂ ਦੀ ਪਾਰਟੀ ਆ। ਜਿਵੇਂ ਹੁਣ ਅੱਜ ਕੱਲ੍ਹ BJP 'ਤੇ ਲੱਗ ਰਿਹਾ ਨਾ ਵੀ ਇਹ ਕੀ ਆ, ਹਿੰਦੂਆਂ ਦੀ ਪਾਰਟੀ ਆ, ਤਾਂ ਉਵੇਂ ਕਾਂਗਰਸ ਪਾਰਟੀ ਨੂੰ ਉਸ ਟਾਈਮ 'ਤੇ ਕਹਿੰਦੇ ਸੀ। ਪਰ ਸਾਨੂੰ ਪਤਾ ਕਿ ਬਹੁਤ ਜ਼ਿਆਦਾ ਮੁਸਲਿਮ ਲੀਡਰ ਹੋਏ ਨੇ ਕਾਂਗਰਸ ਪਾਰਟੀ ਦੇ ਵਿੱਚੋਂ, ਜਿਨ੍ਹਾਂ ਦੇ ਵਿੱਚੋਂ ਫਿਰੋਜ਼ ਸ਼ਾਹ ਮਹਿਤਾ ਜੀ ਹੋਏ ਜਾਂ ਬਦਰੁਦੀਨ ਤਿਆਬ ਜੀ ਹੋਏ, ਡਾਕਟਰ ਜ਼ਾਕਿਰ ਹੁਸੈਨ ਜੀ ਹੋਏ, ਇਹ ਸਾਰੇ ਕਾਂਗਰਸ ਦੇ ਉੱਘੇ ਲੀਡਰ ਸੀ। ਤਾਂ ਇਹ ਕਹਿਣਾ ਕਿ ਕਾਂਗਰਸ ਇੱਕ ਮੁਸਲਿਮਸ ਦੀ ਪਾਰਟੀ ਹੈ ਜਾਂ ਹਿੰਦੂਆਂ ਦੀ ਪਾਰਟੀ ਹੈ, ਨਹੀਂ, ਕਾਂਗਰਸ ਇੱਕ ਅੰਬਰੇਲਾ ਪਾਰਟੀ ਸੀ। ਸਾਰੇ ਧਰਮਾਂ ਦੇ ਲੋਕ, ਸਾਰੀਆਂ ਜਾਤਾਂ ਦੇ ਲੋਕ ਉਹ ਉਸ ਟਾਈਮ ਦੇ ਕਾਂਗਰਸ ਪਾਰਟੀ ਦੇ ਮੈਂਬਰ ਸੀ। ਅਗਲਾ ਕੁਐਸਚਨ, ਮੁਸਲਿਮ ਪ੍ਰੈਜ਼ੀਡੈਂਟ, ਪਹਿਲੇ ਜੋ ਮੁਸਲਿਮ ਰਾਸ਼ਟਰਪਤੀ ਬਣੇ ਨੇ ਸਾਥੀਓ, ਉਹਨਾਂ ਦਾ ਨਾਮ ਹੈਗਾ ਡਾਕਟਰ ਜ਼ਾਕਿਰ ਹੁਸੈਨ। ਜ਼ਾਕਿਰ ਹੁਸੈਨ ਜੀ ਸਾਡੇ ਮੁਸਲਿਮ ਪ੍ਰੈਜ਼ੀਡੈਂਟ ਹੋਏ ਨੇ। ਸਾਥੀਓ ਵਾਲਾ ਕੁਐਸਚਨ ਬਹੁਤ ਵਧੀਆ, ਬਹੁਤ ਪੇਪਰਾਂ 'ਚ ਇਹ ਕੁਐਸਚਨ ਆਉਂਦਾ। ਕੁਐਸਚਨ ਕੀ ਆ, ਅਸੀਂ ਦੇਖਦੇ ਹਾਂ ਕਿ ਨਾ ਇੱਕ ਵਾਇਸਰਾਏ, ਜਿਵੇਂ ਅੱਜ ਕੱਲ੍ਹ ਕੈਬਨਿਟ ਹੁੰਦੀ ਹੈ ਨਾ ਪ੍ਰਧਾਨ ਮੰਤਰੀ ਦੀ ਹੈਲਪ ਲਈ, ਉਸ ਟਾਈਮ 'ਤੇ ਅੰਗਰੇਜ਼ਾਂ ਨੇ ਇੱਕ ਵਾਇਸਰਾਏ, ਤੁਹਾਨੂੰ ਪਤਾ ਵਾਇਸਰਾਏ ਹੁੰਦਾ ਸੀ, ਉਹਦੇ ਲਈ ਇੱਕ ਕਮੇਟੀ ਬਣਾਈ ਹੁੰਦੀ ਸੀ ਜਿਹਨੂੰ ਵਾਇਸਰਾਏ ਐਗਜ਼ੀਕਿਊਟਿਵ ਕਾਊਂਸਲ ਕਿਹਾ ਜਾਂਦਾ ਸੀ। ਵਾਇਸਰਾਏ ਐਗਜ਼ੀਕਿਊਟਿਵ ਕਾਊਂਸਲ। ਸਾਥੀਓ ਪਹਿਲਾਂ ਤਾਂ ਇਹ 'ਚ ਸਿਰਫ ਅੰਗਰੇਜ਼ ਹੀ ਹੁੰਦੇ ਸੀਗੇ, ਕੋਈ ਭਾਰਤੀ ਨੂੰ ਇਹ 'ਚ ਮੌਕਾ ਨਹੀਂ ਸੀ ਮਿਲਦਾ। ਪਰੰਤੂ 1909 ਦੇ ਵਿੱਚ ਇੱਕ ਮੋਰਲੇ ਮਿੰਟੋ ਐਕਟ ਆਇਆ, ਜਿਹਦੇ ਵਿੱਚ ਕਿਹਾ ਗਿਆ ਟੋਟਲ ਵਾਇਸਰਾਏ ਦੀ ਐਗਜ਼ੀਕਿਊਟਿਵ 6 ਬੰਦੇ ਹੁੰਦੇ ਸੀਗੇ। ਜਿਵੇਂ ਕਿ ਕਿਸੇ ਨੂੰ ਵਿੱਤ ਮੰਤਰੀ ਬਣਾਤਾ, ਕਿਸੇ ਨੂੰ ਰੱਖਿਆ ਮੰਤਰੀ ਬਣਾਤਾ, ਤਾਂ ਉਵੇਂ 6 ਦੇ ਵਿੱਚੋਂ ਅਸੀਂ ਦੇਖਦੇ ਹਾਂ ਕਿ ਪਹਿਲੀ ਵਾਰ 1909 ਦੇ ਐਕਟ ਦੇ ਅਧੀਨ ਪਹਿਲੇ ਭਾਰਤੀ ਨੂੰ ਇਹਦਾ ਮੈਂਬਰ ਬਣਾਇਆ ਗਿਆ ਸੀ। ਉਹਦਾ ਨਾਮ ਹੈਗਾ ਸਤਿੰਦਰ ਪ੍ਰਸਾਦ ਸਿਨਹਾ। SP ਸਿਨਹਾ ਜੀ ਇਹਦੇ ਪਹਿਲੇ ਭਾਰਤੀ ਮੈਂਬਰ ਬਣਦੇ ਨੇ ਵਾਇਸਰਾਏ ਦੀ ਐਗਜ਼ੀਕਿਊਟਿਵ ਕਾਊਂਸਲ ਦੇ। ਬਹੁਤ ਵਧੀਆ ਕੁਐਸਚਨ ਆ, ਬਹੁਤ ਪੇਪਰਾਂ ਦੇ ਵਿੱਚ ਇਹ ਕੁਐਸਚਨ ਆਉਂਦਾ। ਅਤੇ ਅਗਲੀ ਗੱਲ ਇਹ ਵੀ ਯਾਦ ਰੱਖਣਾ ਕਿ ਕਿਹੜੇ ਮੰਤਰੀ ਬਣਾਏ ਗਏ ਸੀ? ਇਹਨੂੰ ਲਾਅ ਮਿਨਿਸਟਰ ਬਣਾਇਆ ਗਿਆ ਸੀ। ਇਹ ਭਾਰਤ ਦੇ ਕਾਨੂੰਨ ਮੰਤਰੀ ਬਣਾਏ ਗਏ ਸੀ, ਲਾਅ ਮਿਨਿਸਟਰ ਬਣਾਏ ਗਏ ਸੀ ਡਾਕਟਰ SP ਸਿਨਹਾ ਜੀ। ਅੱਗੇ ਚੱਲਦੇ ਹਾਂ, ਤਾਂ ਪਹਿਲੇ ਪ੍ਰੈਜ਼ੀਡੈਂਟ ਕੌਣ ਨੇ ਜਿਨ੍ਹਾਂ ਦੀ ਮੌਤ ਆਫਿਸ ਦੇ ਵਿੱਚ ਹੀ ਹੋ ਜਾਂਦੀ ਆ? ਤਾਂ ਸਾਥੀਓ ਡਾਕਟਰ ਜ਼ਾਕਿਰ ਹੁਸੈਨ ਜੀ ਨੇ। ਜੇ ਤੁਸੀਂ ਇਹਨਾਂ ਦੀ ਹਿਸਟਰੀ ਪੜ੍ਹੋਗੇ ਤੁਹਾਨੂੰ ਪਤਾ ਲੱਗੂ ਕਿ ਇਹਨਾਂ ਦੀ ਮੌਤ ਜਦੋਂ ਇਹ ਰਾਸ਼ਟਰਪਤੀ ਹੁੰਦੇ ਨੇ ਉਦੋਂ ਇਹਨਾਂ ਦੀ ਮੌਤ ਹੋ ਜਾਂਦੀ ਹੈ। ਸਾਥੀਓ ਵਾਲਾ ਕੁਐਸਚਨ ਹੈ ਕਿ ਕੋਈ ਪ੍ਰਧਾਨ ਮੰਤਰੀ ਹੋਏ ਨੇ ਜਿਨ੍ਹਾਂ ਨੇ ਪਾਰਲੀਮੈਂਟ MP ਬਣ ਕੇ ਨਹੀਂ ਆਏ, ਸਿੱਧੇ ਪ੍ਰਧਾਨ ਮੰਤਰੀ ਬਣ ਗਏ। ਤੁਸੀਂ ਕਹੋਗੇ ਇਹ ਕੀ ਗੱਲ ਹੋਈ ਵੀ ਸਿੱਧੇ ਪ੍ਰਧਾਨ ਮੰਤਰੀ ਕਿਵੇਂ ਬਣ ਗਏ? ਹਾਂ ਸਾਥੀਓ, ਸਾਡੇ ਭਾਰਤ ਦੇ ਵਿੱਚ ਜੇਕਰ ਪਹਿਲਾਂ ਵੀ ਪ੍ਰਧਾਨ ਮੰਤਰੀ ਬਣ ਸਕਦਾ, ਸਾਡੇ ਪ੍ਰੋਸੀਜਰ ਕੀ ਹੈ ਕਿ ਪਹਿਲਾਂ ਪ੍ਰਧਾਨ ਮੰਤਰੀ ਬਣ ਸਕਦਾ, ਬਾਅਦ ਚੋਂ 6 ਮਹੀਨੇ ਦਾ ਸਮਾਂ ਉਹਨੂੰ ਮਿਲਦਾ। 6 ਮਹੀਨਿਆਂ ਦੇ ਵਿੱਚ ਜੇਕਰ ਉਹ ਲੋਕ ਸਭਾ ਜਾਂ ਰਾਜ ਸਭਾ ਦੇ MP ਬਣ ਗਏ ਤਾਂ ਉਹ ਅੱਗੇ ਕੰਮ ਸਟਾਰਟ ਰੱਖ ਲੈਣਗੇ, ਨਹੀਂ ਉਹਨਾਂ ਨੂੰ 6 ਮਹੀਨਿਆਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਊ। ਤਾਂ ਅਸੀਂ ਦੇਖਦੇ ਹਾਂ ਕਿ ਚਰਨ ਸਿੰਘ ਜੀ ਕਾਫੀ ਉੱਘੇ ਲੀਡਰ ਹੋਏ ਨੇ ਕਿਸਾਨ ਨੇਤਾਵਾਂ ਦੇ, ਤਾਂ ਇਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਸੀ। ਪਰੰਤੂ 6 ਮਹੀਨਿਆਂ ਦੇ ਵਿੱਚ ਜਦੋਂ ਅੱਗੇ ਵੋਟਾਂ ਪਈਆਂ ਤਾਂ ਇਹ ਹਾਰ ਗਏ ਸੀ, ਤਾਂ ਕਰਕੇ ਇਹਨਾਂ ਨੂੰ ਆਪਣੇ ਪ੍ਰਧਾਨ ਮੰਤਰੀ ਦੇ ਪਦ ਤੋਂ ਅਸਤੀਫਾ ਦੇਣਾ ਪਿਆ ਸੀ। ਅਗਲਾ ਕੁਐਸਚਨ ਹੈ ਕਿ ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਕੌਣ ਨੇ? ਫੀਲਡ ਮਾਰਸ਼ਲ ਇੱਕ ਉਪਾਧੀ ਹੁੰਦੀ ਆ, ਜੋ ਕੋਈ ਯੁੱਧ ਦੇ ਮੈਦਾਨ 'ਚ ਬਹੁਤ ਤਕੜਾ ਲੜਦੇ ਨੇ ਤਾਂ ਉਹਨਾਂ ਨੂੰ ਇੱਕ ਫੀਲਡ ਮਾਰਸ਼ਲ ਦੀ ਉਪਾਧੀ ਦਿੱਤੀ ਜਾਂਦੀ ਹੈ। ਤਾਂ ਭਾਰਤ ਦੇ ਪਹਿਲੇ ਫੀਲਡ ਮਾਰਸ਼ਲ SHF ਮਾਨਕ ਸ਼ਾਹ ਜੀ ਨੇ ਸਾਥੀਓ। ਇਹ ਨਾਮ ਬਹੁਤ ਇੰਪੋਰਟੈਂਟ ਆ। 1971 ਦੀ ਲੜਾਈ ਜਿਹੜੀ ਭਾਰਤ ਪਾਕਿਸਤਾਨ 'ਚ ਹੋਈ ਸੀ ਬੰਗਲਾਦੇਸ਼ ਨੂੰ ਲੈ ਕੇ, ਉਹਦੇ ਵਿੱਚ ਭਾਰਤ ਦੀ ਜਿੱਤ ਦੇ ਵਿੱਚ SHF ਮਾਨਕ ਸ਼ਾਹ ਦਾ ਨਾਮ ਬਹੁਤ ਹੀ ਜ਼ਿਆਦਾ ਜ਼ਰੂਰੀ ਮੰਨਿਆ ਗਿਆ। ਇਹਨਾਂ ਕਰਕੇ ਅਸੀਂ ਲੜਾਈ ਜਿੱਤੇ ਹਾਂ। ਅਗਲਾ, ਪਹਿਲੇ ਭਾਰਤੀ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਅਵਾਰਡ ਦਿੱਤਾ ਗਿਆ ਫਿਜ਼ਿਕਸ ਦੇ ਵਿੱਚ। ਤੁਹਾਨੂੰ ਪਤਾ 6 ਖੇਤਰ ਨੇ ਜਿਹਦੇ ਵਿੱਚ ਨੋਬਲ ਪ੍ਰਾਈਜ਼ ਅਵਾਰਡ ਮਿਲਦਾ। ਕਿਹੜੇ? ਫਿਜ਼ਿਕਸ, ਕੈਮਿਸਟਰੀ, ਇਕਨੋਮਿਕਸ, 3 ਸਬਜੈਕਟ ਨੇ। ਚੌਥਾ ਮੈਡੀਸਨ, ਪੀਸ ਅਤੇ ਲਿਟਰੇਚਰ, ਇਹ 6 ਨੇ। ਰਵਿੰਦਰਨਾਥ ਟੈਗੋਰ ਜੀ ਨੂੰ ਮਿਲਿਆ ਸੀ ਲਿਟਰੇਚਰ ਸਾਹਿਤ ਦੇ ਵਿੱਚ। ਅਤੇ ਪਹਿਲੇ ਫਿਜ਼ਿਕਸ ਦੇ ਵਿਜੇਤਾ ਕੌਣ ਨੇ? ਇਹ ਹੈਗੇ ਨੇ ਡਾਕਟਰ CV ਰਮਨ ਜੀ। CV ਰਮਨ ਜੀ ਨੂੰ ਅਵਾਰਡ ਮਿਲਿਆ ਸੀਗਾ ਫਿਜ਼ਿਕਸ ਦੇ ਖੇਤਰ ਵਿੱਚ। ਅੱਗੇ ਚੱਲਦੇ ਹਾਂ, ਭਾਰਤ ਦਾ ਸਭ ਤੋਂ ਉੱਚਾ ਅਵਾਰਡ ਕਿਹੜਾ ਗਾ? ਭਾਰਤ ਰਤਨ। ਤਾਂ ਕਿਹੜੇ ਪਹਿਲੇ ਭਾਰਤੀ ਨੇ ਜਿਨ੍ਹਾਂ ਨੂੰ ਇਹ ਅਵਾਰਡ ਮਿਲਿਆ? ਤਾਂ ਸਾਡੇ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਵਾਈਸ ਪ੍ਰੈਜ਼ੀਡੈਂਟ
ਡਾਕਟਰ ਐਸ ਰਾਧਾ ਕ੍ਰਿਸ਼ਨਨ ਜੀ, ਜਿਨ੍ਹਾਂ ਦੇ ਨਾਂ 'ਤੇ ਅਸੀਂ ਟੀਚਰਸ ਡੇ ਮਨਾਉਂਦੇ ਆ, ਉਹਨਾਂ ਦੇ ਨਾਂ 'ਤੇ ਭਾਰਤ ਰਤਨ ਅਵਾਰਡ ਦਿੱਤਾ ਗਿਆ ਸਾਥੀਓ। ਅੱਗੇ ਚੱਲਦੇ ਹਾਂ। ਪਹਿਲੇ ਭਾਰਤੀ ਜਿਨ੍ਹਾਂ ਨੇ ਇੰਗਲਿਸ਼ ਚੈਨਲ ਨੂੰ ਪਾਰ ਕੀਤਾ। ਫਰਾਂਸ ਅਤੇ ਇੰਗਲੈਂਡ ਦੇ ਵਿੱਚ ਇੱਕ ਰਸਤਾ ਪਾਣੀ ਦਾ, ਫਰਾਂਸ ਅਤੇ ਇੰਗਲੈਂਡ ਦੇ ਵਿੱਚ ਜਿਹੜਾ ਉਹ ਪਾਣੀ ਵਾਲਾ ਰਸਤਾ, ਉਹਨੂੰ ਕਹਿੰਦੇ ਨੇ ਇੰਗਲਿਸ਼ ਚੈਨਲ। ਜਿਵੇਂ ਕਿ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਇੱਕ ਪਾਣੀ ਆ, ਉਹਨੂੰ ਕਹਿੰਦੇ ਨੇ ਮਨਾਰ ਦੀ ਖਾੜੀ। ਉਵੇਂ ਫਰਾਂਸ ਅਤੇ ਇੰਗਲੈਂਡ ਦੇ ਵਿਚਕਾਰ ਪਾਣੀ ਆ, ਉਹਨੂੰ ਕਹਿੰਦੇ ਇੰਗਲਿਸ਼ ਚੈਨਲ। ਉਹਨਾਂ ਨੂੰ ਤੈਰ ਕੇ ਪਾਰ ਕਰਨ ਵਾਲੇ ਸਾਡੇ ਪਹਿਲੇ ਭਾਰਤੀ ਕੌਣ ਹੋਏ ਨੇ? ਇਟ ਇਜ਼ ਮਿਹਰ ਸੈਨ ਜੀ ਨੇ ਉਹਨਾਂ ਨੂੰ ਤੈਰ ਕੇ ਪਾਰ ਕੀਤਾ ਸੀ। ਅੱਗੇ ਚੱਲਦੇ ਹਾਂ। ਭਾਰਤ ਦਾ ਬਹੁਤ ਉੱਚਾ ਅਵਾਰਡ ਆ ਗਿਆਨਪੀਠ ਅਵਾਰਡ। ਤਾਂ ਗਿਆਨਪੀਠ ਅਵਾਰਡ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਕੌਣ ਨੇ? ਤਾਂ ਪਹਿਲੇ ਭਾਰਤੀ ਗਿਆਨਪੀਠ ਅਵਾਰਡ ਲਈ ਕੌਣ ਨੇ? ਸ਼ੰਕਰ ਕੁਰੂਪ ਜੀ ਨੇ ਸਾਥੀਓ, ਧਿਆਨ ਰੱਖਣਾ। ਸ਼ੰਕਰ ਕੁਰੂਪ ਜੀ ਪਹਿਲੇ ਭਾਰਤੀ ਨੇ ਜਿਨ੍ਹਾਂ ਨੂੰ ਗਿਆਨਪੀਠ ਅਵਾਰਡ ਦਿੱਤਾ ਗਿਆ। ਅੱਗੇ ਚੱਲਦੇ ਹਾਂ। ਲੋਕ ਸਭਾ ਦੇ ਪਹਿਲੇ ਸਪੀਕਰ ਕੌਣ ਨੇ? ਲੋਕ ਸਭਾ ਦੇ ਪਹਿਲੇ ਸਪੀਕਰ ਗਣੇਸ਼ ਵਾਸੂਦੇਵ ਮਾਵਲੰਕਰ ਜੀ। ਵੀ ਮਾਵਲੰਕਰ ਜੀ ਪਹਿਲੇ ਭਾਰਤੀ ਨੇ ਜੋ ਕਿ ਬਣੇ ਨੇ ਲੋਕ ਸਭਾ ਦੇ ਸਪੀਕਰ ਬਣੇ ਨੇ ਸਾਥੀ। ਅੱਗੇ ਵਧਦੇ ਹਾਂ। ਆਲਾ ਕੁਐਸਚਨ ਕੀ ਆ ਕਿ ਪਹਿਲੇ ਭਾਰਤੀ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਮੈਡੀਸਨ ਦੇ ਖੇਤਰ 'ਚ, ਦਵਾਈਆਂ ਦੇ ਖੇਤਰ 'ਚ ਨੋਬਲ ਪ੍ਰਾਈਜ਼ ਮਿਲਿਆ, ਇਹਨਾਂ ਦਾ ਨਾਂ ਹੈਗਾ ਹਰਗੋਬਿੰਦ ਖੁਰਾਨਾ। ਹਰਗੋਬਿੰਦ ਖੁਰਾਨਾ ਜੀ ਨੂੰ ਨੋਬਲ ਪ੍ਰਾਈਜ਼ ਅਵਾਰਡ ਮਿਲਿਆ ਮੈਡੀਸਨ ਦੇ ਖੇਤਰ ਦੇ ਵਿੱਚ। ਅਗਲਾ ਹੈਗਾ ਪਹਿਲੇ ਭਾਰਤੀ ਨਹੀਂ, ਪਹਿਲੇ ਚੀਨੀ ਜੋ ਭਾਰਤ ਵਿੱਚ ਆਏ ਸੀਗੇ। ਤਾਂ ਸਾਥੀਓ ਬਹੁਤ ਸਾਰੇ ਟਰੈਵਲਰ ਘੁੰਮਦੇ ਹੋਏ ਭਾਰਤ ਵਿੱਚ ਆਏ ਨੇ, ਪਰੰਤੂ ਪਹਿਲੇ ਚਾਈਨੀਜ਼ ਜੋ ਭਾਰਤ ਵਿੱਚ ਆਏ ਨੇ ਉਹਦਾ ਨਾਂ ਹੈਗਾ ਫਾਹੀਆਨ। ਤਾਂ ਤੁਸੀਂ ਪੜ੍ਹਿਆ ਹੋਣਾ ਕਿ ਬੁੱਧ ਧਰਮ ਆਪਣੇ ਭਾਰਤ ਵਿੱਚੋਂ ਗਿਆ, ਤਾਂ ਬੁੱਧ ਧਰਮ ਦੀ ਸਟੱਡੀ ਕਰਨ ਲਈ, ਕਿਉਂਕਿ ਚਾਈਨਾ 'ਚ ਭਾਰਤ ਤੋਂ ਹੀ ਬੁੱਧ ਧਰਮ ਗਿਆ, ਤਾਂ ਉਹ ਬੁੱਧ ਧਰਮ ਦੇ ਜਿਹੜੇ ਉਹਨਾਂ ਦੇ ਗੁਰੂ ਨੇ ਉਹ ਭਾਰਤੀ ਨੇ। ਤਾਂ ਉਹ ਭਾਰਤ ਆਉਂਦੇ ਨੇ ਦੈਟ ਇਜ਼ ਕਿ ਦੇਖਣ ਵਾਸਤੇ ਕਿ ਭਾਰਤ ਵਿੱਚ ਬੋਧੀ ਲੋਕ ਧਰਮ ਜਿੱਥੋਂ ਪੈਦਾ ਹੋਇਆ ਉਹ ਦੇਸ਼ ਕਿਹੋ ਜਿਹਾ, ਤਾਂ ਉਹਨੂੰ ਘੁੰਮਣ ਵਾਸਤੇ ਫਾਹੀਆਨ ਭਾਰਤ ਵਿੱਚ ਆਉਂਦੇ ਨੇ ਸਾਥੀਓ। ਅਗਲਾ ਸਟੈਲਿਨ ਅਵਾਰਡ ਰੂਸ ਦੁਆਰਾ ਦਿੱਤਾ ਜਾਂਦਾ। ਸਟੈਲਿਨ ਅਵਾਰਡ ਜੋ ਬੰਦਾ ਸਟੈਲਿਨ ਦੇ ਵਿਚਾਰਾਂ ਨੂੰ ਅੱਗੇ ਲੈ ਕੇ ਚੱਲਦਾ ਉਹਨੂੰ ਹੀ ਅਵਾਰਡ ਮਿਲਦਾ। ਤਾਂ ਸਾਡੇ ਅੰਮ੍ਰਿਤਸਰ ਦੇ ਬਹੁਤ ਹੀ ਉੱਘੇ ਲੀਡਰ ਸੀਗੇ ਡਾਕਟਰ ਸੈਫੂਦੀਨ ਕਿਚਲੂ ਜੀ। ਡਾਕਟਰ ਸੈਫੂਦੀਨ ਕਿਚਲੂ ਜੀ ਨੂੰ ਇਹ ਸਟੈਲਿਨ ਅਵਾਰਡ ਦੇ ਨਾਲ ਨਿਵਾਜਿਆ ਗਿਆ ਸੀ, ਪਹਿਲੇ ਭਾਰਤੀ ਸੀ। ਅਗਲਾ ਕੁਐਸਚਨ ਕੀ ਆ? ਫਸਟ ਪਰਸਨ ਟੂ ਰਿਜ਼ਾਈਨ ਫਰੋਮ ਸੈਂਟਰਲ ਕੈਬਨਿਟ। ਤਾਂ ਕੈਬਨਿਟ ਦੇ ਵਿੱਚੋਂ ਰਿਜ਼ਾਈਨ ਦੇਣ ਵਾਲੇ ਪਹਿਲੇ ਭਾਰਤੀ ਕੌਣ ਨੇ? ਤਾਂ ਇਹਨਾਂ ਦਾ ਹੈਗਾ ਸ਼ਿਆਮਾ ਪ੍ਰਸਾਦ ਮੁਖਰਜੀ। ਸਾਥੀਓ ਇਹ ਨਹਿਰੂ ਜੀ ਦੀ ਕੈਬਨਿਟ ਦੇ ਵਿੱਚ ਮੰਤਰੀ ਸੀਗੇ, ਪਰੰਤੂ ਜਦੋਂ 370 ਆਰਟੀਕਲ ਲੈ ਕੇ ਆਏ ਸੀਗੇ ਕਾਂਗਰਸ ਪਾਰਟੀ, ਜਿਵੇਂ ਹੁਣ ਤਾਂ ਚੱਕਦਾ ਨਾ ਆਪਾਂ, ਪਹਿਲਾਂ ਲੈ ਕੇ ਆਏ ਸੀ ਨਹਿਰੂ ਜੀ, ਤਾਂ ਉਸ ਟਾਈਮ 'ਤੇ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਇਹਦਾ ਵਿਰੋਧ ਕੀਤਾ ਸੀ ਅਤੇ ਵਿਰੋਧ ਦੇ ਵਿੱਚ ਉਹਨਾਂ ਨੇ ਰਿਜ਼ਾਈਨ ਕਰਤਾ ਸੀ। ਅੱਗੇ ਜਾ ਕੇ ਸ਼ਿਆਮਾ ਪ੍ਰਸਾਦ ਮੁਖਰਜੀ ਹੀ ਬੀਜੇਪੀ ਪਾਰਟੀ ਬਣਾਉਂਦੇ ਨੇ ਸਾਥੀਓ, ਧਿਆਨ ਰੱਖਣਾ। ਤਾਂ ਬੀਜੇਪੀ ਪਾਰਟੀ ਦੇ ਮੋਢੀ ਜਿਹੜੇ ਹੈਗੇ ਨੇ ਉਹ ਸ਼ਿਆਮਾ ਪ੍ਰਸਾਦ ਮੁਖਰਜੀ ਨੇ। ਇਸ ਲਈ ਬੀਜੇਪੀ ਪਾਰਟੀ ਜਦੋਂ ਵੀ ਬਣੀ ਆ ਉਹਦਾ ਇਹ ਏਜੰਡਾ ਰਿਹਾ ਕਿ ਅਸੀਂ ਜਦੋਂ ਵੀ ਸਾਡੀ ਸਰਕਾਰ ਬਣੂਗੀ ਅਸੀਂ ਆਰਟੀਕਲ 370 ਖਤਮ ਕਰ ਦਿਆਂਗੇ, ਅਤੇ ਉਹੀ ਉਹਨਾਂ ਨੇ ਕੀਤਾ। ਤੁਹਾਨੂੰ ਪਤਾ 2 ਸਾਲ ਹੋ ਚੁੱਕੇ ਨੇ 370 ਆਰਟੀਕਲ ਨੂੰ ਖਤਮ ਹੋਇਆ। ਅੱਗੇ ਪਹਿਲੇ ਵਿਦੇਸ਼ੀ ਜਿਨ੍ਹਾਂ ਨੂੰ ਭਾਰਤ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸਾਥੀਓ। ਤਾਂ ਪਹਿਲੇ ਜੇ ਵਿਦੇਸ਼ੀ ਪੁੱਛਦੇ ਨੇ ਕੌਣ ਨੇ, ਤਾਂ ਇਹਦਾ ਉੱਤਰ ਆਊਗਾ ਖਾਨ ਅਬਦੁਲ ਗਫਾਰ ਖਾਨ। ਬਹੁਤ ਹੀ ਵੱਡਾ ਨਾਂ ਸਾਥੀਓ, ਅਫਗਾਨਿਸਤਾਨ ਤੋਂ ਬਿਲੋਂਗ ਕਰਦੇ ਸੀਗੇ। ਇਹਨਾਂ ਨੂੰ ਫਰੰਟੀਅਰ ਗਾਂਧੀ ਵੀ ਕਿਹਾ ਜਾਂਦਾ ਸੀਗਾ। ਤਾਂ ਫਰੰਟੀਅਰ ਗਾਂਧੀ ਕਿਹਾ ਜਾਂਦਾ ਖਾਨ ਅਬਦੁਲ ਗਫਾਰ ਖਾਨ ਨੂੰ। ਇਹ ਪਹਿਲੇ ਫੋਰਨਰ ਹੋਏ ਨੇ ਜਿਨ੍ਹਾਂ ਨੂੰ ਭਾਰਤ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅੱਗੇ ਚੱਲਦੇ ਹਾਂ। ਨੋਬਲ ਪ੍ਰਾਈਜ਼ ਇਨ ਇਕਨੋਮਿਕਸ। ਇਕਨੋਮਿਕਸ ਦੇ ਖੇਤਰ ਵਿੱਚ ਨੋਬਲ ਪ੍ਰਾਈਜ਼ ਜਿੱਤਣ ਵਾਲੇ ਕੌਣ ਨੇ? ਇਹ ਹੈਗੇ ਨੇ ਅਮਰਤਿਆ ਸੇਨ ਜੀ। ਅਮਰਤਿਆ ਸੇਨ ਜੀ ਬਹੁਤ ਵੱਡੇ ਅਰਥ ਸ਼ਾਸਤਰੀ ਹੋਏ ਨੇ, ਹੁਣ ਵੀ ਇਹ ਜਿਉਂਦੇ ਨੇ, ਅਮਰੀਕਾ 'ਚ ਰਹਿੰਦੇ ਨੇ ਮੋਸਟਲੀ। ਤਾਂ ਅਮਰਤਿਆ ਸੇਨ ਜੀ ਇਕਨੋਮਿਕਸ ਦੇ ਵਿੱਚ ਨੋਬਲ ਪ੍ਰਾਈਜ਼ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਨੇ। ਅਗਲਾ ਕੁਐਸਚਨ ਬਹੁਤ ਵਧੀਆ ਕੁਐਸਚਨ ਆ ਕਿ ਸੁਪਰੀਮ ਕੋਰਟ ਦੇ ਪਹਿਲੇ ਮੁੱਖ ਜੱਜ ਕੌਣ ਸੀਗੇ? ਤਾਂ ਸੁਪਰੀਮ ਕੋਰਟ ਦੇ ਪਹਿਲੇ ਮੁੱਖ ਜੱਜ ਹੈਗੇ ਨੇ ਜਸਟਿਸ ਹੀਰਾ ਲਾਲ ਕਨੀਆ ਜੀ। ਹੀਰਾ ਲਾਲ ਕਨੀਆ ਜੀ ਸੁਪਰੀਮ ਕੋਰਟ ਦੇ ਸਾਥੀਓ ਪਹਿਲੇ ਮੁੱਖ ਜੱਜ ਨੇ। ਅੱਗੇ ਵਧਦੇ ਹਾਂ। ਦੱਸ ਕੇ ਹਟਿਆ ਤੁਹਾਨੂੰ ਪਹਿਲਾਂ ਕਿ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਕੌਣ ਨੇ? ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਹੈਗੇ ਨੇ ਡਾਕਟਰ ਐਸ ਰਾਧਾ ਕ੍ਰਿਸ਼ਨਨ ਜੀ। ਐਸ ਰਾਧਾ ਕ੍ਰਿਸ਼ਨਨ ਜੀ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਨੇ ਸਾਥੀਓ। ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਕੌਣ ਨੇ?
ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਇਟ ਇਜ਼ ਅਬੁਲ ਕਲਾਮ ਆਜ਼ਾਦ ਜੀ ਨੇ। ਅਬੁਲ ਕਲਾਮ ਆਜ਼ਾਦ ਜੀ ਸਾਡੇ ਪਹਿਲੇ ਸਿੱਖਿਆ ਮੰਤਰੀ ਨੇ। ਸਾਥੀਓ ਹੁਣ ਕੌਣ ਸਿੱਖਿਆ ਮੰਤਰੀ ਆਪਣੇ, ਮੈਂ ਪੰਜਾਬ ਦੀ ਨਹੀਂ ਭਾਰਤ ਦੀ ਗੱਲ ਕਰ ਰਿਹਾ। ਭਾਰਤ ਦੇ ਸਿੱਖਿਆ ਮੰਤਰੀ ਹੁਣ ਕੌਣ ਨੇ, ਤਾਂ ਤੁਸੀਂ ਮੈਨੂੰ ਕਿਰਪਾ ਕਰਕੇ ਕਮੈਂਟ ਬਾਕਸ 'ਚ ਆਨਸਰ ਦੇਣਾ ਕਿ ਭਾਰਤ ਦੇ ਹੁਣ ਸਿੱਖਿਆ ਮੰਤਰੀ ਕੌਣ ਨੇ। ਅੱਗੇ ਚੱਲਦੇ ਹਾਂ। ਭਾਰਤ ਦੇ ਪਹਿਲੇ ਗ੍ਰਹਿ ਮੰਤਰੀ, ਸਾਥੀਓ ਗ੍ਰਹਿ ਮੰਤਰੀ ਬਹੁਤ ਵੱਡੀ ਪੋਸਟ ਹੁੰਦੀ ਆ। ਸਰਦਾਰ ਵੱਲਭ ਭਾਈ ਪਟੇਲ ਜੀ ਭਾਰਤ ਦੇ ਪਹਿਲੇ ਹੋਮ ਮਿਨਿਸਟਰ ਗ੍ਰਹਿ ਮੰਤਰੀ ਸੀਗੇ। ਪਹਿਲੇ ਏਅਰ ਚੀਫ ਮਾਰਸ਼ਲ ਭਾਵ ਮੁਖੀ ਹਵਾਈ ਫੌਜ ਦੇ ਕੌਣ ਨੇ, ਇਹ ਹੈਗੇ ਨੇ ਐਸ ਮੁਖਰਜੀ। ਐਸ ਮੁਖਰਜੀ ਹਵਾਈ ਫੌਜ ਦੇ ਪਹਿਲੇ ਮੁਖੀ ਸੀਗੇ। ਅੱਗੇ ਨੇਵੀ ਦੇ ਪਹਿਲੇ ਮੁਖੀ ਕੌਣ ਸੀਗੇ, ਵਾਈਸ ਐਡਮਾਇਰਲ ਆਰ ਡੀ ਕਤਰੀ। ਆਰ ਡੀ ਕਤਰੀ ਜੀ ਨੇਵੀ ਦੇ ਪਹਿਲੇ ਸਾਥੀਓ ਚੀਫ ਸੀ। ਅੱਗੇ ਚੱਲਦੇ ਹਾਂ। ਬਹੁਤ ਵਧੀਆ ਕੁਐਸਚਨ ਆ। ਇੱਕ ਨਾ ਜਿਵੇਂ ਆਪਣੇ ਭਾਰਤ 'ਚ ਸੁਪਰੀਮ ਕੋਰਟ ਬਣੀ ਹੋਈ ਹੈ ਜੋ ਭਾਰਤ ਦੇ ਫੈਸਲੇ ਕਰਦੀ ਹੈ, ਦੁਨੀਆ ਦੀ ਵੀ ਇੱਕ ਕੋਰਟ ਆ ਜੋ ਦੁਨੀਆ ਦੇ ਦੇਸ਼ਾਂ ਦੇ ਰੌਲਿਆਂ ਨੂੰ ਨਿਬੇੜਦੀ ਆ। ਉਹਦਾ ਨਾਮ ਹੈਗਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਸਾਥੀਓ ਹੇਗ, ਨੀਦਰਲੈਂਡ ਦਾ ਇੱਕ ਸ਼ਹਿਰ ਆ ਹੇਗ, ਉੱਥੇ ਬਣੀ ਹੋਈ ਹੈ। ਉਹਦੇ ਜੱਜ ਪਹਿਲੇ ਵੀ ਅਤੇ ਹੁਣ ਵੀ ਨੇ, ਦੁਬਾਰਾ ਚੁਣੇ ਗਏ ਨੇ, 9 ਸਾਲਾਂ ਲਈ ਚੁਣੇ ਜਾਂਦੇ ਨੇ। ਡਾਕਟਰ ਨਗੇਂਦਰ ਸਿੰਘ ਜੀ ਤਾਂ ਪਹਿਲਾਂ ਵੀ 9 ਸਾਲ ਲਈ ਚੁਣੇ ਗਏ ਸੀ, ਹੁਣ ਫੇਰ 9 ਸਾਲ ਲਈ ਚੁਣੇ ਗਏ ਨੇ। ਡਾਕਟਰ ਨਗੇਂਦਰ ਸਿੰਘ ਜੀ ਜਸਟਿਸ ਭਾਵ ਆਪਣੇ ਅੰਤਰਰਾਸ਼ਟਰੀ ਜਿਹੜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆ ਉਹ ਜੱਜ ਬਣੇ ਹੋਏ ਨੇ, ਪਹਿਲੇ ਵੀ ਨੇ ਅਤੇ ਹੁਣ ਵੀ ਇਹ ਨੇ। ਪਰਮਵੀਰ ਚੱਕਰ ਵਿਜੇਤਾ, ਪਹਿਲੇ ਭਾਰਤੀ ਜਿਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ, ਇਹ ਹੈਗੇ ਨੇ ਮੇਜਰ ਸੋਮਨਾਥ ਸ਼ਰਮਾ ਜੀ। ਸੋਮਨਾਥ ਸ਼ਰਮਾ ਜੀ ਨੂੰ ਪਰਮਵੀਰ ਚੱਕਰ ਨਾਲ ਸਾਥੀਓ ਸਨਮਾਨਿਤ ਕੀਤਾ ਗਿਆ। ਪਹਿਲੇ ਭਾਰਤੀ ਜੋ ਐਵਰੈਸਟ 'ਤੇ ਗਈ, ਤਾਂ ਅਸੀਂ ਦੇਖਦੇ ਹਾਂ ਕਿ ਸ਼ੇਰਪਾ ਅੰਗਦੌਰ ਜੀ ਪਹਿਲੇ ਭਾਰਤੀ ਨੇ ਜੋ ਵਿਦਾਊਟ ਆਕਸੀਜਨ ਕਿੱਥੇ ਗਏ ਨੇ, ਮਾਊਂਟ ਐਵਰੈਸਟ 'ਤੇ ਗਏ ਨੇ। ਅਗਲਾ ਕੁਐਸਚਨ ਸਾਥੀਓ, ਭਾਰਤ ਦੇ ਪਹਿਲੇ ਚੋਣ ਕਮਿਸ਼ਨਰ, ਚੀਫ ਇਲੈਕਸ਼ਨ ਕਮਿਸ਼ਨਰ, ਤਾਂ ਜਿਹੜਾ ਆਪਣਾ ਚੁਣਾਵ ਆਯੋਗ ਹੁੰਦਾ ਉਹਦੇ ਮੁਖੀ ਪਹਿਲੇ ਕੌਣ ਨੇ, ਉਹਦਾ ਨਾਮ ਹੈਗਾ ਸੁਕੁਮਾਰ ਸਿੰਘ। ਸੁਕੁਮਾਰ ਸੇਨ ਜੀ ਪਹਿਲੇ ਚੀਫ ਇਲੈਕਸ਼ਨ ਕਮਿਸ਼ਨਰ ਨੇ। ਇੱਕ ਬਹੁਤ ਹੀ ਵੱਡਾ ਅਵਾਰਡ ਆ, ਏਸ਼ੀਆ ਦਾ ਨੋਬਲ ਪ੍ਰਾਈਜ਼ ਕਹਿੰਦੇ ਨੇ ਰਮਨ ਮੈਗਸੇਸੇ ਅਵਾਰਡ ਨੂੰ। ਰਮਨ ਮੈਗਸੇਸੇ ਫਿਲੀਪੀਨ ਦੇ ਰਾਸ਼ਟਰਪਤੀ ਸੀ, ਉਹਨਾਂ ਦੇ ਨਾਂ 'ਤੇ ਏਸ਼ੀਆ ਦੇ ਬੰਦੇ ਨੂੰ ਨੋਬਲ ਪ੍ਰਾਈਜ਼ ਮਿਲਦਾ। ਤਾਂ ਪਹਿਲੇ ਭਾਰਤੀ ਜਿਨ੍ਹਾਂ ਨੂੰ ਇਹ ਰਮਨ ਮੈਗਸੇਸੇ ਅਵਾਰਡ ਮਿਲਿਆ ਉਹਨਾਂ ਦਾ ਹੈਗਾ ਆਚਾਰਿਆ ਵਿਨੋਬਾ ਭਾਵੇ। ਵਿਨੋਬਾ ਭਾਵੇ ਜੀ ਨੂੰ ਮੈਗਸੇਸੇ ਅਵਾਰਡ ਦੇ ਨਾਲ ਸਾਥੀਓ ਸਨਮਾਨਿਤ ਕੀਤਾ ਗਿਆ। ਅੱਗੇ ਵਧਦੇ ਹਾਂ। ਅੱਗੇ ਦੇਖਦੇ ਹਾਂ ਕਿ ਅੰਗਰੇਜ਼ਾਂ ਦੇ ਸਮੇਂ ਪਹਿਲੇ ਗਵਰਨਰ ਜਨਰਲ ਆਫ ਇੰਡੀਆ ਕੌਣ ਸੀਗੇ, ਤਾਂ ਸਾਥੀਓ ਪਹਿਲੇ ਗਵਰਨਰ ਜਨਰਲ ਆਫ ਇੰਡੀਆ ਕੌਣ ਸੀਗੇ, ਵਿਲੀਅਮ ਬੈਂਟਿਕ। ਵਿਲੀਅਮ ਬੈਂਟਿਕ ਗਵਰਨਰ ਜਨਰਲ ਆਫ ਇੰਡੀਆ ਸਾਡੇ ਪਹਿਲੇ। ਅਤੇ ਪਹਿਲੇ ਵਾਇਸਰਾਏ ਕੌਣ ਸੀਗੇ ਸਾਥੀਓ, ਕੀ ਫਰਕ ਆ ਗਵਰਨਰ ਜਨਰਲ ਅਤੇ ਵਾਇਸਰਾਏ ਦੇ ਵਿੱਚ। ਅਸੀਂ ਦੇਖਦੇ ਹਾਂ ਕਿ ਜਦੋਂ ਈਸਟ ਇੰਡੀਆ ਕੰਪਨੀ ਰਾਜ ਕਰ ਰਹੀ ਆ ਉਸ ਟਾਈਮ 'ਤੇ ਸਾਡਾ ਜਿਹੜਾ ਮੁਖੀ ਹੁੰਦਾ ਸੀ ਉਹਨੂੰ ਗਵਰਨਰ ਜਨਰਲ ਕਹਿੰਦੇ ਸੀ। ਪਰ ਜਦੋਂ 1857 ਦੇ ਵਿੱਚ ਈਸਟ ਇੰਡੀਆ ਕੰਪਨੀ ਹਾਰ ਗਈ, ਉਸ ਟਾਈਮ 'ਤੇ ਸਿੱਧਾ ਅੰਗਰੇਜ਼ਾਂ ਦਾ ਰਾਜ ਹੋਇਆ, ਕੰਮ ਉਹੀ ਕਰਨਾ ਪਰ ਪੋਸਟ ਬਦਲ ਗਈ, ਉਹਨੂੰ ਕਹਿਣ ਲੱਗੇ ਵਾਇਸਰਾਏ। ਤਾਂ ਈਸਟ ਇੰਡੀਆ ਕੰਪਨੀ ਸਾਹਮਣੇ ਗਵਰਨਰ ਜਨਰਲ ਆਫ ਇੰਡੀਆ ਕੌਣ ਸੀਗੇ, ਬੈਂਟਿਕ। ਅਤੇ ਅੰਗਰੇਜ਼ਾਂ ਦੇ ਬਾਅਦ 1858 ਦੇ ਵਿੱਚ ਕਿਹਨੂੰ ਵਾਇਸਰਾਏ ਬਣਾਇਆ ਗਿਆ, ਕੈਨਿੰਗਨ ਨੂੰ, ਲਾਰਡ ਕੈਨਿੰਗਨ। ਅੱਗੇ ਚੱਲਦੇ ਹਾਂ। 1947 ਤੋਂ ਬਾਅਦ ਵੀ ਨਾ ਕੁਝ ਸਮਾਂ ਭਾਵੇਂ ਸਾਨੂੰ ਆਜ਼ਾਦੀ ਦੇਤੀ ਪਰੰਤੂ ਸਾਡਾ ਗਵਰਨਰ ਜਨਰਲ ਨਹੀਂ ਸੀ ਬਦਲਿਆ ਹਜੇ। ਕਾਰਨ ਸਾਡਾ ਸੰਵਿਧਾਨ ਨਹੀਂ ਸੀ ਬਣਿਆ, ਤਾਂ ਸਾਨੂੰ ਸਿਸਟਮ ਉਵੇਂ ਚਲਾਉਣਾ ਪੈਣਾ ਸੀ ਜਿਵੇਂ ਅੰਗਰੇਜ਼ਾਂ ਦਾ ਚੱਲ ਰਿਹਾ। ਤਾਂ ਆਜ਼ਾਦੀ ਤੋਂ ਬਾਅਦ ਵੀ ਸਾਡਾ ਗਵਰਨਰ ਜਨਰਲ ਸੀ। ਤਾਂ ਕੌਣ ਸੀਗੇ ਫਸਟ ਗਵਰਨਰ ਜਨਰਲ ਆਫ ਫਰੀ ਇੰਡੀਆ, ਤਾਂ ਸਾਥੀਓ ਮਾਊਂਟ ਬੈਟਨ। ਮਾਊਂਟ ਬੈਟਨ ਪਹਿਲੇ ਗਵਰਨਰ ਜਨਰਲ ਸੀਗੇ ਫਰੀ ਇੰਡੀਆ ਦੇ ਵਿੱਚ। ਅੱਗੇ ਚੱਲਦੇ ਹਾਂ। ਪਹਿਲੇ ਅਤੇ ਅੰਤਿਮ ਭਾਰਤੀ ਗਵਰਨਰ ਜਨਰਲ ਕੌਣ ਸੀਗੇ, ਕਿਉਂਕਿ ਸਾਥੀਓ ਅਸੀਂ ਦੇਖਦੇ ਹਾਂ ਕਿ ਮਾਊਂਟ ਬੈਟਨ ਤੋਂ ਬਾਅਦ ਸੀ ਰਾਜਾ ਗੋਪਾਲਚਾਰੀ ਜੀ ਨੂੰ ਗਵਰਨਰ ਜਨਰਲ ਬਣਾਇਆ ਗਿਆ ਸੀ। ਇਹ ਤੋਂ ਬਾਅਦ ਤੁਸੀਂ ਕਹੋਗੇ ਵੀ ਹੋਰ ਕਿਉਂ ਨਹੀਂ ਬਣਿਆ ਭਾਰਤੀ, ਕਿਉਂਕਿ 1950 ਤੋਂ ਬਾਅਦ ਸਾਡਾ ਸਿਸਟਮ ਹੀ ਬਦਲ ਗਿਆ। 50 ਤੋਂ ਬਾਅਦ ਅਸੀਂ ਕਿਹਾ ਕਿ ਅੰਗਰੇਜ਼ਾਂ ਵਾਲਾ ਸਿਸਟਮ ਨਹੀਂ, ਅਸੀਂ ਆਪਣਾ ਸੰਵਿਧਾਨ ਬਣਾ ਲਿਆ। ਉਹਦੇ ਹਿਸਾਬ ਨਾਲ ਸਾਡੇ ਕੋਲੇ ਪੋਸਟ ਕੀ ਆ ਗਈ, ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਦੀ। ਆਹ ਗਵਰਨਰ ਜਨਰਲ ਵਾਲੀ ਪੋਸਟ ਖਤਮ ਹੋ ਗਈ। ਤਾਂ ਅਸੀਂ ਦੇਖਦੇ ਹਾਂ ਕਿ ਸੀ ਰਾਜਾ ਗੋਪਾਲਚਾਰੀ ਜੀ ਪਹਿਲੇ ਅਤੇ ਅੰਤਿਮ ਭਾਰਤੀ ਨੇ ਜੋ ਕਿ ਬਣੇ ਨੇ ਗਵਰਨਰ ਜਨਰਲ ਬਣੇ ਨੇ।
ਅਗਲਾ, ਪਹਿਲੇ ਭਾਰਤੀ ਜਿਨ੍ਹਾਂ ਨੇ ਪ੍ਰੈਸ ਪ੍ਰਿੰਟਿੰਗ ਪ੍ਰੈਸ ਭਾਰਤ ਵਿੱਚ ਲਾਈ ਆ, ਇਹਨਾਂ ਦਾ ਨਾਂ ਸੀਗਾ ਜੇਮਸ ਹਿੱਕੀ। ਜੇਮਸ ਹਿੱਕੀ ਦੁਆਰਾ ਪਹਿਲੀ ਭਾਰਤੀ ਪ੍ਰਿੰਟਿੰਗ ਪ੍ਰੈਸ ਲਾਈ ਗਈ, ਜੇਮਸ ਹਿੱਕੀ ਦੁਆਰਾ। ਨਾਮ ਕੀ ਸੀਗਾ? ਬੰਗਾਲ ਗਜ਼ਟ। ਬੰਗਾਲ ਗਜ਼ਟ ਇਹਨਾਂ ਦੁਆਰਾ ਚਲਾਇਆ ਗਿਆ ਸੀ। ਅੱਗੇ ਚੱਲਦੇ ਹਾਂ। ਪਹਿਲੇ ਭਾਰਤੀ ਜਿਨ੍ਹਾਂ ਨੇ ICS ਇੰਡੀਅਨ ਸਿਵਲ ਸਰਵਿਸਿਜ਼, ਜਿਹਨੂੰ ਅੱਜ ਕੱਲ੍ਹ ਆਪਾਂ IAS ਕਹਿਣ ਲੱਗ ਗਏ, ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼ ਕਹਿਣ ਲੱਗ ਗਏ, ਪਹਿਲਾਂ ਇਹਦਾ ਨਾਂ ICS ਸੀ। ਤਾਂ ਪਹਿਲੇ ਭਾਰਤੀ ਜਿਨ੍ਹਾਂ ਨੇ ICS ਦੀ ਡਿਗਰੀ ਪ੍ਰਾਪਤ ਕੀਤੀ ਆ, ਨਾਂ ਸੀਗਾ ਸਤਿੰਦਰ ਨਾਥ ਟੈਗੋਰ ਜੀ। ਤਾਂ ਇਹ ਰਵਿੰਦਰ ਨਾਥ ਟੈਗੋਰ, ਦੇਵੇਂਦਰ ਨਾਥ ਟੈਗੋਰ, ਸਤਿੰਦਰ ਨਾਥ ਟੈਗੋਰ, ਇਹ ਬਹੁਤ ਹੀ ਪੜ੍ਹੇ ਲਿਖੇ ਫੈਮਿਲੀ ਸੀਗੀਆਂ ਭਾਰਤ ਦੇ ਵਿੱਚ। ਤਾਂ ਇਹ ਪਹਿਲੇ ਭਾਰਤੀ ਨੇ ਸਤਿੰਦਰ ਨਾਥ ਟੈਗੋਰ ਜਿਨ੍ਹਾਂ ਨੇ ICS ਦਾ ਪੇਪਰ ਸਾਥੀਓ ਪਾਰ ਕੀਤਾ। ਪੁਲਾੜ 'ਤੇ ਜਾਣ ਵਾਲੇ ਪਹਿਲੇ ਭਾਰਤੀ ਕੌਣ ਨੇ? ਤਾਂ ਪੁਲਾੜ 'ਤੇ ਜਾਣ ਵਾਲੇ ਪਹਿਲੇ ਭਾਰਤੀ ਕੌਣ ਨੇ? ਰਾਕੇਸ਼ ਸ਼ਰਮਾ ਜੀ। ਰਾਕੇਸ਼ ਸ਼ਰਮਾ ਪੁਲਾੜ 'ਤੇ ਜਾਣ ਵਾਲੇ ਪਹਿਲੇ ਭਾਰਤੀ ਨੇ। ਫਸਟ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੂ ਰਿਜ਼ਾਈਨਡ ਵਿਦਾਊਟ ਕੰਪਲੀਟਿੰਗ ਆਫ ਫੁੱਲ ਟਰਮ। ਤਾਂ ਕਿਹੜੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਸੀਗਾ ਆਪਣੀ ਟਰਮ ਹੋਣ ਤੋਂ ਪਹਿਲਾਂ, ਵੀ ਭਾਈ ਮੇਰੀ ਟਰਮ ਪੂਰੀ ਨਹੀਂ ਹੋਈ, ਪਹਿਲੇ ਹੀ ਅਸਤੀਫਾ ਦਿੱਤਾ, 5 ਸਾਲ ਤੋਂ ਪਹਿਲਾਂ ਅਸਤੀਫਾ ਦਿੱਤਾ? ਮੁਰਾਰਜੀ ਦੇਸਾਈ। ਅਸੀਂ ਦੇਖਦੇ ਹਾਂ ਕਿ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਉੱਘੇ ਲੀਡਰ ਸੀਗੇ ਮੁਰਾਰਜੀ ਦੇਸਾਈ, ਪਰ ਜਦੋਂ ਇੰਦਰਾ ਗਾਂਧੀ ਆਏ ਤਾਂ ਇੰਦਰਾ ਗਾਂਧੀ ਨੂੰ ਕਾਂਗਰਸੀ ਜ਼ਿਆਦਾ ਆਪਣਾ ਲੀਡਰ ਮੰਨਣ ਲੱਗ ਗਏ। ਭਾਵੇਂ ਐਕਸਪੀਰੀਅੰਸ ਮੁਰਾਰਜੀ ਦੇਸਾਈ ਨੂੰ ਜ਼ਿਆਦਾ ਸੀ, ਪਰੰਤੂ ਜ਼ਿਆਦਾ ਪਪੂਲੈਰਿਟੀ ਇੰਦਰਾ ਗਾਂਧੀ ਦੇ ਵਿੱਚ ਸੀ। ਤਾਂ ਹੀ ਉਹ ਇੰਦਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ, ਅਤੇ ਦੁਖੀ ਹੋ ਕੇ ਮੁਰਾਰਜੀ ਦੇਸਾਈ ਪਾਰਟੀ ਛੱਡ ਕੇ ਕੀ ਆ BJP ਦੇ ਵਿੱਚ ਆ ਜਾਂਦੇ ਨੇ ਅਤੇ BJP ਪਾਰਟੀ ਦਾ ਨਿਰਮਾਣ ਕਰਦੇ ਨੇ। ਤਾਂ ਇਹ ਉੱਘੇ ਲੀਡਰ ਨੇ ਸਾਥੀਓ, ਮੁਰਾਰਜੀ ਦੇਸਾਈ ਹੋਏ, ਸ਼ਿਆਮਾ ਪ੍ਰਸਾਦ ਮੁਖਰਜੀ ਹੋਈ। ਇਹ ਪਹਿਲਾਂ ਕਾਂਗਰਸ ਪਾਰਟੀ ਦੇ ਹੀ ਲੀਡਰ ਸੀ, ਵੱਖ ਹੋ ਕੇ ਇਹਨਾਂ ਨੇ BJP ਪਾਰਟੀ ਬਣਾਈ। ਅੱਗੇ ਚੱਲਦੇ ਹਾਂ। ਸਾਡੇ ਭਾਰਤੀ ਥਲ ਸੈਨਾ ਦੇ ਬਹੁਤ ਇੰਪੋਰਟੈਂਟ ਕੁਐਸਚਨ, ਭਾਰਤੀ ਥਲ ਸੈਨਾ ਦੇ ਪਹਿਲੇ ਮੁਖੀ ਕੌਣ ਨੇ? ਤਾਂ ਸਾਥੀਓ, ਭਾਰਤੀ ਥਲ ਸੈਨਾ ਦੇ ਪਹਿਲੇ ਮੁਖੀ ਜਨਰਲ ਕਰੀਅੱਪਾ ਜੀ। ਕਮਾਂਡਰ ਇਨ ਚੀਫ ਕੌਣ ਨੇ? ਜਨਰਲ ਕਰੀਅੱਪਾ ਜੀ ਨੇ। ਧਿਆਨ ਰੱਖਣਾ ਇਹ ਗੱਲ। ਆਰਮੀ ਡੇ ਕਦੋਂ ਮਨਾਇਆ ਜਾਂਦਾ? 15 ਜਨਵਰੀ ਨੂੰ ਆਰਮੀ ਡੇ ਮਨਾਉਂਦੇ ਹਾਂ ਆਪਾਂ। ਉਸ ਦਿਨ ਹੀ ਜਨਰਲ ਕਰੀਅੱਪਾ ਜੀ ਨੇ ਪਹਿਲੇ ਭਾਰਤੀ ਬਣੇ ਜੋ ਸਾਡੇ ਫੌਜ ਦੇ ਮੁਖੀ ਬਣੇ ਸੀ, ਤਾਂ ਉਹਨੂੰ ਯਾਦ ਕਰਦੇ ਹਾਂ ਅਸੀਂ ਇਹ ਦਿਨ ਮਨਾਉਂਦੇ ਹਾਂ। ਫਸਟ ਚੀਫ ਆਫ ਆਰਮੀ ਸਟਾਫ, ਆਰਮੀ ਦੇ ਪਹਿਲੇ ਚੀਫ ਕੌਣ ਨੇ? ਨਾਮ ਹੈਗਾ ਮਹਾਰਾਜਾ ਰਜਿੰਦਰ ਸਿੰਘ ਜੀ। ਚੀਫ ਆਫ ਆਰਮੀ ਸਟਾਫ ਸਾਥੀਓ ਕੌਣ ਨੇ? ਮਹਾਰਾਜਾ ਰਜਿੰਦਰ ਸਿੰਘ। ਸੋ ਸਾਥੀਓ, ਇਹ ਸੀਗੇ ਆਪਣੇ ਕੁਝ ਇੰਪੋਰਟੈਂਟ ਕੁਐਸਚਨ ਫਸਟ ਇਨ ਇੰਡੀਆ ਮੈਨ। ਸਾਥੀਓ, ਇਹਨੂੰ ਨਾ ਇਕੱਲਾ ਸੁਣਨਾ ਨਹੀਂ ਗਾ, ਇਹਨੂੰ ਕਾਪੀਆਂ 'ਤੇ ਨੋਟ ਵੀ ਕਰਨਾ। ਇਹਨਾਂ 'ਚੋਂ ਕੁਐਸਚਨ ਹਮੇਸ਼ਾ ਆਉਂਦੇ ਨੇ, ਬਾਰ-ਬਾਰ ਸੁਣ ਨਹੀਂ ਸਕਦੇ। ਇੱਕ ਵਾਰ ਕਾਪੀ 'ਤੇ ਨੋਟ ਕਰ ਲਿਆ ਤਾਂ ਤੁਸੀਂ ਇਹਨੂੰ ਯਾਦ ਕਰ ਸਕਦੇ ਹੋ। ਅਤੇ ਪੇਪਰ ਦੇ ਵਿੱਚੋਂ ਹਮੇਸ਼ਾ ਜੋ ਕੁਐਸਚਨ ਆਊਗਾ ਹੀ ਆਊਗਾ, ਕੋਈ ਮਰਜ਼ੀ ਕੰਪੀਟੀਟਿਵ ਐਗਜ਼ਾਮ ਹੋਵੇ, ਡਿਫੈਂਸ ਦੇ ਐਗਜ਼ਾਮਾਂ ਦੇ ਵਿੱਚ ਤਾਂ ਇਹ ਖਾਸ ਕਰਕੇ ਕੁਐਸਚਨ ਆਉਂਦੇ ਹੀ ਆਉਂਦੇ ਨੇ। ਤੈਨੂੰ ਸੁਣਨਾ, ਤੈਨੂੰ ਕਾਪੀ 'ਤੇ ਨੋਟ ਕਰਨ ਦੀ ਕੋਸ਼ਿਸ਼ ਕਰਨੀ। ਧੰਨਵਾਦ ਜੀ।